स्वागत देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਅਮਿਕਾ। ਇੱਕ ਨਾ ਇੱਕ ਦਿਨ ਸਾਨੂੰ ਸਾਰਿਆਂ ਨੂੰ ਇਹ ਜ਼ਿੰਦਗੀ ਇਹ ਦੁਨੀਆ ਛੱਡ ਕੇ ਜਾਣਾ ਹੀ ਹੋਏਗਾ ਤੇ ਇਹੀ ਅਟਲ ਸੱਚ ਹੈ। ਤੇ ਜਾਂਦੇ ਜਾਂਦੇ ਜੇ ਅਸੀਂ ਕਿਸੇ ਦੀ ਮਦਦ ਕਰਕੇ ਜਾਈਏ, ਕਿਸੇ ਨੂੰ ਨਵੀਂ ਜ਼ਿੰਦਗੀ ਦੇ ਕੇ ਜਾਈਏ ਤੇ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ, ਇਸ ਤੋਂ ਸੱਚੀ ਸੇਵਾ ਕੋਈ ਨਹੀਂ। ਇਹ ਅਸੀਂ ਕਰ ਸਕਦੇ ਹਾਂ ਅੰਗਦਾਨ ਕਰਕੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਸਿਰਫ ਇਸ ਲਈ ਆਪਣੀ ਜਾਨ ਗਵਾ ਰਹੇ ਨੇ ਕਿਉਂਕਿ ਉਹਨਾਂ ਨੂੰ ਅੰਗ ਨਹੀਂ ਮਿਲ ਪਾ ਰਹੇ, ਉਹਨਾਂ ਨੂੰ ਡੋਨਰ ਨਹੀਂ ਮਿਲ ਪਾ ਰਹੇ। ਤੇ ਇਸੇ ਖਾਸ ਵਿਸ਼ੇ ਤੇ ਅੱਜ ਅਸੀਂ ਚਰਚਾ ਕਰਾਂਗੇ। ਚਰਚਾ ਕਰਨ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ परवीन कुमार रतन जी ते नाल उन्हां दे लाइफ पार्टनर उन्हां दी अर्धांगनी रूपा जी। बहुत बहुत इन्हां दा स्वागत करते हैं। नमस्कार। ते तुहानूं दस दईए कि ये समाज सेवा दे नाल जुड़े हुए ने ते अंगदान लई लोकां नूं मोटिवेट करदे ने ते अज इस विषय ते इन्हां गलबात होएगी। ते इत्थों ही प्रोग्राम दी शुरुआत करदे हां कि अंगदान दी जिस तरह असीं गल कर रहे हां ते अंगदान है की? देखो, अंगदान जिहड़ा दो शब्दां तो मिल के बने आ, अंग ते दान जी। ਮਨੁੱਖੀ ਸਰੀਰ ਦੇ ਵਿੱਚੋਂ ਜਦੋਂ ਅੰਗ ਜਿਹੜੇ ਹੈਗੇ ਕਿਸੇ ਲੋੜਵੰਦ ਨੂੰ ਦਿੱਤੇ ਜਾਂਦੇ ਆ, ਦਾਨ ਦੇ ਵਜੋਂ ਦਿੱਤੇ ਜਾਂਦੇ ਆ, ਤੇ ਅਸੀਂ ਉਸ ਨੂੰ ਕਹਿੰਦੇ ਆ ਅੰਗਦਾਨ। ਤੇ ਉਹ ਅੰਗਦਾਨ ਜਿਹੜਾ ਹੈਗਾ ਉਹ ਉਸ ਵਿਅਕਤੀ ਲਈ ਹੀ ਕੀਤਾ ਜਾਂਦਾ ਜਦੋਂ ਮਤਲਬ ਕੋਈ ਐਂਡ ਸਟੇਜ ਦੇ ਉੱਤੇ ਕਿਸੇ ਆਪਣੀ ਬਹੁਤ ਹੀ ਗੰਭੀਰ ਬਿਮਾਰੀ ਦੇ ਨਾਲ ਅਗਰ ਕੋਈ ਪੀੜਤ ਹੈ ਤਾਂ ਉਸ ਸਟੇਜ ਤੇ ਕੀਤਾ ਜਾਂਦਾ ਹੈ। ਤੇ ਅੰਗਦਾਨ ਦੀ ਤੁਸੀਂ ਦੱਸਿਆ ਕਿ ਅੰਗਦਾਨ ਕੀ ਹੈ। ਬਹੁਤ ਸਾਰੇ ਲੋਕ ਸਿਰਫ ਇਹੀ ਜਾਣਦੇ ਨੇ ਕਿ ਅੱਖਾਂ ਅਸੀਂ ਡੋਨੇਟ ਕਰ ਸਕਦੇ ਨੇ, है ना। तो विस्तार दे विच तुसीं दसो कि किहड़े-किहड़े जिहड़े अंग है वो डोनेट किए जा सकते हैं। देखो, अखां असीं रूटीन दे विच सुनन च आंदा है क्योंकि बड़ी देर तो जिहड़ा हैगा अखां दा दान बारे चर्चा दा भी विषय रहा है ते लोकां च जानकारी भी है जी। परंतु जिहड़े दूसरे अंग हैगे जिद्दां लिवर है, किडनी है, हार्ट है, लंग्स वगैरह है, ਇਹ ਦਾਨ ਜਦੋਂ ਮੈਂ ਦੱਸਣਾ ਚਾਹੁੰਦਾ ਕਿ ਅੰਗਦਾਨ ਜਿਹੜਾ ਹੈਗਾ ਉਹ ਦੋ ਤਰੀਕੇ ਦਾ ਅੰਗਦਾਨ ਹੈਗਾ ਜੀ ਜੀ। ਇੱਕ ਤਾਂ ਅਸੀਂ ਜਿੰਦੇ ਜੀ ਲਿਵਿੰਗ ਡੋਨੇਸ਼ਨ ਦੇ ਤੌਰ ਤੇ ਕਰ ਸਕਦੇ ਹਾਂ, ਦੂਸਰਾ ਮਰਨ ਉਪਰੰਤ ਕੀਤਾ ਜਾਂਦਾ ਹੈ। ਮਰਨ ਉਪਰੰਤ ਜਿਹੜਾ ਹੈਗਾ ਉਹ ਹਸਪੀਟਲ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਬ੍ਰੇਨ ਇੰਜਰੀ ਹੋ ਜਾਂਦੀ ਹੈ ਉਸ ਵੇਲੇ ਜਿਹੜੇ ਹੈਗੇ ਅੰਗ ਹੈ ਅਸੀਂ ਉਸ ਵੇਲੇ ਫੈਮਿਲੀ ਜਿਹੜੀ ਆ ਉਹ ਡੋਨੇਟ ਕਰਦੀ ਹੈ, ਪਲੈਜ ਕਰਦੀ ਡੋਨੇਟ ਕਰਦੀ ਹੈ ਆਪਣੇ ਉਸ ਮਰੀਜ਼ ਦਾ ਜਿਹਨੂੰ ਕੋਈ ਬ੍ਰੇਨ ਦੀ ਸੀਰੀਅਸ ਪ੍ਰੋਬਲਮ ਹੋਈ ਹੈ ਜੀ ਜੀ। ਤੇ ਅਦਰਵਾਈਜ਼ ਜਿੱਦਾਂ ਲਿਵਿੰਗ ਡੋਨੇਸ਼ਨ ਹੈਗੀ ਹੈ ਤੇ ਫਿਰ ਉਹਦੇ ਵਿੱਚ ਜਿਹੜੇ ਉਹ ਅੰਗ ਹੈ ਉਹ ਕੋਈ ਵੀ ਆਪਣਾ ਜਿਹੜਾ ਜਿੰਦੇ ਰਹਿ ਕੇ ਆਪਣੇ ਅੰਗਦਾਨ ਕਰ ਸਕਦਾ ਹੈ। ਤੇ ਜੇ ਗੱਲ ਕਰੀਏ ਉਮਰ ਦੀ ਤੇ ਅੰਗਦਾਨ ਲਈ ਕੋਈ ਉਮਰ ਵੀ ਨਿਰਧਾਰਿਤ ਹੈ ਕਿ ਕਿਸ ਉਮਰ ਦੇ ਵਿੱਚ ਜਿਹੜਾ ਹੈ ਉਹ ਆਪਣੇ ਆਪ ਨੂੰ ਰਜਿਸਟਰ ਕਰਾਇਆ ਜਾ ਸਕਦਾ ਹੈ ਅੰਗਦਾਨ ਲਈ? ਦੇਖੋ, ਅੰਗਦਾਨ ਲਈ ਇਹ ਪ੍ਰੋਵੀਜ਼ਨ ਹੈ ਕਿ ਅਸੀਂ ਪਲੈਜ ਫਾਰਮ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਜਿਹੜਾ ਆਰਗਨ ਡੋਨੇਸ਼ਨ ਐਕਟ ਹੈ 1994 ਚ ਬਣਿਆ ਸੀ ਐਕਟ, ਉਹਦੇ ਮੁਤਾਬਕ ਜਿਹੜਾ ਹੈਗਾ ਫਾਰਮ 7 ਹੈ ਜਿਹਦੇ ਨਾਲ ਉਹ ਪਲੈਜ ਕੀਤੀ ਜਾ ਸਕਦੀ ਹੈ। ਤੇ ਉਹ ਪਲੈਜ ਵਾਸਤੇ ਮਿਨੀਮਮ ਏਜ ਜਿਹੜੀ ਹੈ ਉਹ 18 ਸਾਲ ਪ੍ਰਿਸਕ੍ਰਾਈਬਡ ਹੈ ਕਿ 18 ਸਾਲ ਦਾ ਵਿਅਕਤੀ ਜਿਹੜਾ ਹੈਗਾ ਉਹ ਪਲੈਜ ਕਰ ਸਕਦਾ। ਸੋ ਫਾਰਮ ਭਰ ਕੇ ਆਰਗਨ ਡੋਨਰ ਜਿਹੜਾ ਕਾਰਡ ਹੈ ਉਹ ਬਕਾਇਦਾ ਮਿਲ ਜਾਂਦਾ। ਇਸ ਤਰੀਕੇ ਅਸੀਂ ਆਪਣਾ ਜੀ। ਤੇ ਫਾਰਮ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਅਸੀਂ ਆਪਣੀ ਟੈਲੀਵਿਜ਼ਨ ਸਕਰੀਨ ਤੇ ਫਾਰਮ ਜਿਹੜਾ ਹੈ ਉਹ ਦੇਖ ਰਹੇ ਹਾਂ। ਤੇ ਜਦੋਂ ਅਸੀਂ ਅੰਗਦਾਨ ਲਈ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਹੈ ਤੇ ਹੋਰ ਕਿਹੜੀ ਜਿਹੜੀ ਫਾਰਮੈਲਿਟੀਜ਼ ਹੈ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਸ਼ਾਇਦ ਇਸੇ ਚੀਜ਼ ਤੋਂ ਡਰ ਜਾਂਦੇ ਨੇ ਜਾਂ ਪਿੱਛੇ ਹਟ ਜਾਂਦੇ ਨੇ ਕਿ ਬਹੁਤ ਸਾਰੀ ਫਾਰਮੈਲਿਟੀਜ਼ ਹੋਣਗੀਆਂ ਤੇ ਕਿਸ ਤਰ੍ਹਾਂ ਜਿਹੜਾ ਅੰਗਦਾਨ ਉਹ ਹੋਏਗਾ ਤੇ ਜਦੋਂ ਉਹ ਵਕਤ ਆਏਗਾ ਅੰਗ ਲੈਣ ਦਾ ਤੇ ਉਸ ਵੇਲੇ ਕਿੱਦਾਂ ਇਹ ਕੰਮ ਹੋਏਗਾ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਪਲੈਜ ਲੈਂਦਾ ਹੈ ਤੇ ਉਹ ਪਲੈਜ ਲੈਣਾ ਹੀ ਸਫੀਸ਼ੀਐਂਟ ਨਹੀਂ ਹੈ, ਉਸਨੂੰ ਆਪਣੀ ਉਸ ਪਲੈਜ ਦੇ ਬਾਰੇ ਆਪਣੀ ਫੈਮਿਲੀ ਨੂੰ ਜ਼ਿਕਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ, ਕਿਉਂਕਿ ਅਗਰ ਉਹ ਵਿਅਕਤੀ ਉਸ ਦੁਨੀਆ 'ਚ ਨਹੀਂ ਹੈ ਜਿਹਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਤੇ ਉਹਦੇ ਅੰਗਾਂ ਨੂੰ ਡੋਨੇਟ ਤਾਂ ਉਹਦੀ ਫੈਮਿਲੀ ਨੇ ਕਰਨਾ ਹੈ ਜੀ। ਤੇ ਉਹ ਫੈਮਿਲੀ ਕੋਲ ਮੈਂ ਜੇ ਕਹਾਂ ਸਪਸ਼ਟ ਸ਼ਬਦਾਂ 'ਚ ਕਿ ਵੀਟੋ ਪਾਵਰ ਹੈ ਕਿ ਉਸ ਵੀਟੋ ਪਾਵਰ ਨੂੰ ਐਕਸਰਸਾਈਜ਼ ਕਰ ਸਕਦੇ ਆ ਅਗਰ ਉਹ ਚਾਹਣ ਫੈਮਿਲੀ ਤੇ। ਸੋ ਉਸ ਵੇਲੇ ਸਿਰਫ ਇਹੀ ਹੈ ਕਿ ਫਾਰਮ ਜਿਹੜਾ ਹੈਗਾ, ਮੈਂ ਇਹ ਵੀ ਕਹਿੰਦਾ ਕਿ ਜੇ ਫਾਰਮ ਨਹੀਂ ਵੀ ਭਰਿਆ, ਅਗਰ ਉਸ ਵੇਲੇ ਫੈਮਿਲੀ ਜਿਹੜੀ ਹੈਗੀ ਉਸ ਵਿਅਕਤੀ ਦੇ ਜਿਹੜਾ ਕਿ ਬ੍ਰੇਨ ਡੈਡ ਹੋ ਗਿਆ ਤੇ ਡਿਸੀਜਨ ਲੈਂਦੀ ਹੈ ਕਿ ਅੰਗਦਾਨ ਕੀਤੇ ਜਾਣੇ ਚਾਹੀਦੇ ਆ ਤਾਂ ਫਿਰ ਵੀ ਦਾਨ ਹੋ ਸਕਦਾ ਜੀ। ਫਿਰ ਵੀ ਜਿਹੜਾ ਹੈ ਉਹ ਅੰਗਦਾਨ ਕੀਤਾ ਜਾ ਸਕਦਾ ਹੈ। ਤੇ ਤੁਹਾਨੂੰ ਦੱਸ ਦਈਏ ਦਰਸ਼ਕਾਂ ਨੂੰ, ਮੈਂ ਦੱਸਦਾ ਕਿ ਰਤਨ ਜੀ ਨੂੰ, ਪ੍ਰਵੀਨ ਜੀ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਜਿੱਥੇ ਇਹਨਾਂ ਦੇ ਲਿਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਉਸ ਵੇਲੇ ਇਹਨਾਂ ਦੀ ਲਾਈਫ ਪਾਰਟਨਰ ਨੇ ਇਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਸੀ, ਆਪਣਾ ਲਿਵਰ ਇਹਨਾਂ ਨੂੰ ਦਿੱਤਾ ਸੀ, ਡੋਨੇਟ ਕੀਤਾ ਸੀ। ਇਸ ਬਾਰੇ ਵੀ ਇਹਨਾਂ ਨਾਲ ਗੱਲ ਕਰਾਂਗੇ ਤੇ ਪਰ ਨਾਲ ਹੀ ਇਹਨਾਂ ਤੋਂ ਇਹ ਪੁੱਛਦੇ ਹਾਂ ਕਿ ਜੇ ਕਿਸੇ ਨੂੰ ਅੰਗਦਾਨ ਦੀ ਲੋੜ ਹੈ ਤੇ ਕੌਣ-ਕੌਣ ਉਹਨਾਂ ਨੂੰ ਡੋਨੇਟ ਕਰ ਸਕਦਾ ਹੈ ਨਵੀਂ ਜ਼ਿੰਦਗੀ ਦੇ ਲਈ?
ਦੇਖੋ ਅੰਗਦਾਨ ਲਈ ਜਿੱਦਾਂ ਮੈਂ ਦੱਸਿਆ ਕਿ ਲਿਵਿੰਗ ਰਹਿੰਦੇ ਹੋਏ ਜਿਹੜਾ ਹੈਗਾ ਜੀ ਜੀ ਮੈਂ ਕਹਿੰਦਾ ਮੇਰੇ ਵਾਈਫ ਜਿਹੜਾ ਹੈਗਾ ਇਹਨੂੰ ਥੋੜਾ ਜ਼ਿਆਦਾ ਐਕਸਪਲੇਨ ਕਰ ਸਕਦੇ ਹੋ ਕਿਉਂਕਿ ਲਿਵਿੰਗ ਡੋਨੇਸ਼ਨ ਜਿੱਦਾਂ ਉਹਨਾਂ ਨੇ ਦਿੱਤੀ ਹੈ ਉਹ ਥੋੜਾ ਬਿਹਤਰ ਢੰਗ जी हाँ जी मैम, लिविंग डोनर जो है वो अपना अगर किसी अपने परिवार विचों किसी ਨੂੰ ਕੋਈ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਤਾਂ ਉਹਨੂੰ ਆਪਣੇ ਲੀਵਰ ਦਾ ਹਿੱਸਾ, ਆਪਣੇ ਪੈਂਕਰੀਅਸ ਦਾ ਹਿੱਸਾ ਜਾਂ ਆਪਣੀ ਇੱਕ ਕਿਡਨੀ ਡੋਨੇਟ ਕਰ ਸਕਦਾ ਹੈ, ਜਿਸ ਨਾਲ ਕਿ ਉਸ ਬਿਮਾਰ ਵਿਅਕਤੀ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਂਦਾ ਹੈ। ਉਹ ਸਿਰਫ ਉਸ ਦਾ ਜੀਵਨ ਹੀ ਨਹੀਂ ਬਚਦਾ ਬਲਕਿ ਉਸ ਦੇ ਸਾਰੇ ਪਰਿਵਾਰ ਨੂੰ ਹੀ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ। ਜੀ ਤੇ ਜਿਸ ਤਰ੍ਹਾਂ ਗੱਲ ਚੱਲ ਰਹੀ ਸੀਗੀ ਤੁਹਾਡੀ ਗੱਲ ਕਰਾਂਗੇ, ਪਰ ਨਾਲ ਇਹ ਵੀ ਪੁੱਛਣਾ ਸਾਨੂੰ ਬਣਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਡਨੀ ਤੇ ਲਿਵਰ ਜਦੋਂ ਇਹ ਡੋਨੇਟ ਕੀਤਾ ਜਾਂਦਾ ਹੈ ਤੇ ਕੀ ਇਹ ਜ਼ਰੂਰੀ ਹੈ ਕਿ ਜੋ ਇਹ ਡੋਨੇਟ ਕਰ ਰਿਹਾ ਹੈ ਜਾਂ ਇਹ ਡੋਨਰ ਹੈ ਉਹ ਘਰ ਦਾ ਕੋਈ ਮੈਂਬਰ ਹੋਏ, ਕੋਈ ਆਪਣਾ ਪਰਿਵਾਰਿਕ ਸਦस्य ਹੋਏ ਜਾਂ ਫਿਰ DNA ਮੈਚ ਕਰਦਾ ਹੋਏ, ਐਸਾ ਕੁਝ ਵੀ ਦੇਖਿਆ ਜਾਂਦਾ ਹੈ? हाँ जी, ਜਿਹੜਾ ट्रांसप्लांटेशन ऑफ ह्यूमन ऑर्गन एक्ट 1994 ਦਾ ਹੈ ਉਹਦੇ ਵਿੱਚ प्रोविज़न है कि जो क्लोज फैमिली रिलेटिव है, चाहे वो ब्रदर है, सिस्टर है, पेरेंट्स हैं या स्पाउस है या ग्रैंड पेरेंट्स या ग्रैंड चिल्ड्रन है, वो लिविंग ऑर्गन डोनेट कर सकते अपने परिवार के मैंबर ਨੂੰ ਬਚਾਉਣ ਵਾਸਤੇ ਅਗਰ ਉਹ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਜੀ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹ ਆਰਗਨ ਡੋਨੇਟ ਕਰ ਸਕਦਾ ਤੇ ਉਹਨੂੰ ਵੀ ਉਹ ਸਾਰੇ ਟੈਸਟ ਉਹ ਪ੍ਰੋਸੀਜਰ ਤੋਂ ਗੁਜ਼ਰਨਾ ਹੁੰਦਾ? ਬਿਲਕੁਲ, ਕਿਉਂਕਿ ਉਹ ਦੇਖਿਆ ਜਾਂਦਾ ਕਿ ਬਲੱਡ ਗਰੁੱਪ ਮੈਚ ਕਰਦਾ ਹੈ, ਉਹਦੇ ਜੋ ਆਰਗਨ ਹੈ ਰਿਸੀਪੀਐਂਟ ਨੂੰ ਜਿਹਨੂੰ ਚਾਹੀਦੇ ਆ ਉਹਦੇ ਅਕੋਰਡਿੰਗ, ਉਹਦੀ ਬਾਡੀ ਦੇ weight ਦੇ ਅਕੋਰਡਿੰਗ ਉਹਦੇ ਲਈ ਸਫੀਸ਼ੀਐਂਟ ਹੈ ਜਾਂ ਨਹੀਂ, ਇਸ ਲਈ ਸਾਰੇ ਵੋਲੂਮੈਟ੍ਰਿਕ ਟੈਸਟ MRI ਵਗੈਰਾ ਸਾਰੇ ਟੈਸਟ ਕੀਤੇ ਜਾਂਦੇ ਕਿਉਂਕਿ ਆਮ ਤੌਰ ਤੇ ਜਦੋਂ ਅੰਗਦਾਨ ਦੀ ਗੱਲ ਹੁੰਦੀ ਹੈ ਨਾ ਤੇ ਜ਼ਿਆਦਾਤਰ ਲੋਕ ਜਿਹੜੇ ਉਹਨਾਂ ਦੇ ਵਿੱਚ ਜਾਗਰੂਕਤਾ ਨਹੀਂ ਹੈ, ਉਹ ਸਿਰਫ ਅੱਖਾਂ ਦੇ ਡੋਨੇਸ਼ਨ ਨੂੰ ਹੀ ਅੰਗਦਾਨ ਦੇ ਨਾਲ ਜੋੜਿਆ ਜਾਂਦਾ ਹੈ। ਤੇ ਇਹ ਵੀ ਅਸੀਂ ਗੱਲ ਕਰਦੇ ਹਾਂ ਕਿ ਜੇ ਕੋਈ ਅੱਖਾਂ ਹੀ ਡੋਨੇਟ ਕਰਨਾ ਚਾਹੁੰਦਾ ਹੈ ਤੇ ਉਹਦੇ ਲਈ ਕੀ ਪ੍ਰੋਸੈਸ ਹੈ, ਉਹ ਕਿੱਦਾਂ ਰਜਿਸਟਰ ਕਰ ਸਕਦਾ ਹੈ? ਅੱਖਾਂ ਡੋਨੇਟ ਕਰਨ ਲਈ ਤੁਸੀਂ ਆਪਣੇ ਜਿੰਦੇ ਜੀ ਵੀ ਆਪਣੀ ਆਈਜ਼ ਪਲੈਜ ਕਰ ਸਕਦੇ ਹੋ। ਤੁਸੀਂ ਕਿਸੇ ਹਸਪੀਟਲ 'ਚ ਜਾ ਕੇ ਜਾਂ ਆਨਲਾਈਨ ਆਪਣਾ ਆਈਜ਼ ਪਲੈਜਿੰਗ ਦਾ ਫਾਰਮ ਭਰ ਸਕਦੇ ਹੋ। ਔਰ ਇਸ ਤੋਂ ਸਭ ਤੋਂ ਵੱਡੀ ਜ਼ਰੂਰੀ ਗੱਲ ਇਹ ਕਿ ਸਿਰਫ ਪਲੈਜਿੰਗ ਫਾਰਮ ਭਰਨਾ ਹੀ ਕਾਫੀ ਨਹੀਂ ਹੈ, ਤੁਸੀਂ ਇਸ ਬਾਰੇ ਆਪਣੇ ਪਰਿਵਾਰ ਨੂੰ, ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਵੀ ਦੱਸਣਾ ਬਹੁਤ ਜ਼ਰੂਰੀ ਹੈ ਤਾਂ ਕਿ ਜ਼ਰੂਰਤ ਪੈਣ 'ਤੇ ਉਹ ਦੇਖ ਸਕਣ ਕਿ ਇਸ ਵਿਅਕਤੀ ਨੇ ਆਪਣੇ ਆਰਗਨ ਪਲੈਜ ਕੀਤੇ ਹੋਏ ਤੇ ਉਹ ਆਪਣੀ ਆਈਜ਼ ਡੋਨੇਟ ਕਰਨਾ ਚਾਹੁੰਦਾ ਜੀ। ਤੇ ਅੱਖਾਂ ਦੀ ਡੋਨੇਸ਼ਨ ਦੀ ਵੀ ਅਸੀਂ ਗੱਲ ਕਰ ਰਹੇ ਹਾਂ ਤੇ ਜੇ ਅਸੀਂ ਅੰਗਦਾਨ ਸਮੁੱਚੇ ਦੀ ਗੱਲ ਕਰੀਏ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਮਿਥ ਨੇ, ਹੈ ਨਾ, ਬੜੇ ਸਾਰੇ ਵਹਿਮ ਨੇ ਜਿਹਦੇ ਕਰਕੇ ਜਾਗਰੂਕਤਾ ਨਹੀਂ ਹੈ। ਉਹ ਕਿਹੜੇ ਮਿਥ ਨੇ ਜਿਨ੍ਹਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਜਾਗਰੂਕਤਾ ਲਿਆਣੀ ਬਹੁਤ ਜ਼ਰੂਰੀ ਹੈ? ਸਭ ਤੋਂ ਵੱਡਾ ਮਿਥ ਤਾਂ ਇਹ ਹੈ ਕਿ ਲੋਕਾਂ ਵਿੱਚ ਅਵੇਅਰਨੈਸ ਦੀ ਬਹੁਤ ਜ਼ਿਆਦਾ ਘਾਟ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਬ੍ਰੇਨ ਡੈਥ ਕੀ ਹੁੰਦੀ ਹੈ ਤੇ ਬ੍ਰੇਨ ਡੈਥ ਤੋਂ ਬਾਅਦ ਕਿਹੜੇ ਆਰਗਨ ਡੋਨੇਟ ਹੋ ਸਕਦੇ ਹਨ। ਇਸ ਵਾਸਤੇ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਹੈ, ਕਾਉਂਸਲਿੰਗ ਕਰਨ ਦੀ ਲੋੜ ਹੈ। ਔਰ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਡਰ ਰਹਿੰਦਾ ਕਿ ਇਹ ਮੇਰੇ ਧਰਮ ਦੇ ਖਿਲਾਫ ਹੈ, ਜਦਕਿ ਕੋਈ ਵੀ ਧਰਮ ਇਸ ਚੀਜ਼ ਦੀ ਆਗਿਆ ਨਹੀਂ ਦਿੰਦਾ ਕਿ ਤੁਸੀਂ ਚੰਗਾ ਕੰਮ ਨਾ ਕਰੋ। ਸਾਡੀ ਸੰਸਕ੍ਰਿਤੀ, ਸਾਡੇ ਧਾਰਮਿਕ, ਅਸੀਂ ਪ੍ਰਾਚੀਨ ਅਗਰ ਆਪਣਾ ਇਤਿਹਾਸ ਦੇਖਦੇ ਹਾਂ ਤਾਂ ਉਸ ਵਿੱਚ ਵੀ ਇਹੀ ਦੱਸਿਆ ਕਿ ਤੁਸੀਂ ਅਗਰ ਜ਼ਰੂਰਤਮੰਦ ਦੀ ਸਹਾਇਤਾ ਕਰਦੇ ਆ ਤਾਂ ਇਹ ਪੁੰਨ ਦਾ ਕੰਮ ਹੈ, ਇਸ ਤੋਂ ਵੱਡਾ ਕੋਈ ਹੋਰ ਕੰਮ ਹੋ ਹੀ ਨਹੀਂ ਸਕਦਾ ਜੀ। ਔਰ ਇੱਕ ਲੋਕਾਂ ਨੂੰ ਇਹ ਡਰ ਰਹਿੰਦਾ ਆਪਣੇ ਮਨ ਦੇ ਵਿੱਚ ਕਿ मेरा जो है फिजिक खराब हो जाएगा, डिसफिगर हो जाएगा, जबकि ऐसे भी कोई नहीं, ये मिथ है। ये नॉर्मल सर्जरी वांगी ਤੁਹਾਡਾ ਜਿਹੜਾ ਹੈ ਇੱਕ ਆਰਗਨ ट्रांसप्लांट कर दिता जाता है और ਤੁਹਾਡਾ शरीर नॉर्मल रहता है जी। और ਵੈਸੇ ਵੀ ਮਰਨ ਤੋਂ ਬਾਅਦ ਤਾਂ ਸਾਡਾ ਸਰੀਰ ਰਾਖ ਹੋ ਜਾਣਾ ਹੈ ਜਾਂ ਮਿੱਟੀ 'ਚ ਮਿਲ ਜਾਣਾ ਹੈ। ਅਗਰ ਰੱਬ ਸਾਨੂੰ ਮਰਨ ਤੋਂ ਬਾਅਦ ਸਾਡਾ ਸਰੀਰ ਜਲ ਜਾਂਦਾ ਹੈ, ਦਫਨਾ ਹੋ ਜਾਂਦਾ ਹੈ, ਉਸ ਤੋਂ ਬਾਅਦ ਸਾਨੂੰ ਨਵੀਂ ਜ਼ਿੰਦਗੀ ਦੇ ਸਕਦਾ ਤਾਂ ਅਸੀਂ ਅਗਰ ਅੰਗ ਦਾਨ ਕਰਕੇ ਕਿਸੇ ਦੀ ਜਾਨ ਬਚਾਉਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਰੱਬ ਵੱਡਾ ਹੀ ਸਾਨੂੰ ਪੁੰਨ। ਤੇ ਪ੍ਰਵੀਨ ਜੀ, ਇਹ ਵੀ ਮਿਥ ਹੈ ਨਾ ਕਿ ਬਹੁਤ ਸਾਰੇ ਲੋਕ ਡਰਦੇ ਨੇ ਕਿ ਜੇ ਅਸੀਂ ਅੰਗ ਦਾਨ ਨਹੀਂ ਰਜਿਸਟਰ ਕਰਾਉਂਦੇ ਆ ਜਾਂ ਅਸੀਂ ਅੰਗ ਦਾਨ ਕਰਦੇ ਆ ਜਾਂ ਅੱਖਾਂ ਹੀ ਡੋਨੇਟ ਕਰਦੇ ਆ ਤੇ ਮਰਨੋਂ ਉਪਰੰਤ ਚੀਰ-ਫਾੜ ਕੀਤੀ ਜਾਂਦੀ ਹੈ ਸਰੀਰ ਦੀ, ਤੇ ਸ਼ਾਇਦ ਇਸੇ ਡਰ ਤੋਂ ਜਿਹੜੇ ਹੈ ਘਰ ਦੇ ਵੀ ਕਈ ਵਾਰ ਰਜਿਸਟਰ ਕਰਾਉਣ ਨਹੀਂ ਦਿੰਦੇ। ਇਹ ਵੀ ਇੱਕ ਮਿਥ ਹੈ ਜੀ। ਇਹ ਗਲਤ ਹੈ ਜੀ, ਕਿਉਂਕਿ ਦੇਖੋ ਆਪਾਂ ਤੁਸੀਂ ਗੱਲ ਕਰ ਰਹੇ ਹੋ ਕਿ ਬਾਡੀ ਅਗਰ ਆਰਗਨ ਕੋਈ ਡੋਨੇਟ ਕਰਦਾ ਤੇ ਉਹਦੀ ਬਾਡੀ ਡਿਸਫਿਗਰ ਹੋ ਜਾਂਦੀ ਹੈ ਵੀ ਤਾਂ ਕਿ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਕ੍ਰੀਮੇਸ਼ਨ ਕਰਨੀ ਹੈ ਜਾਂ ਕੁਝ ਵੀ ਹੋਰ ਜੋ ਵੀ ਰਿਲੀਜੀਅਸ ਸੈਰੇਮਨੀ ਹੈ ਵੀ ਉੱਥੇ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ। ਐਸਾ ਕੁਝ ਨਹੀਂ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਇਹ ਆਰਗਨ ਡੋਨੇਸ਼ਨ ਹੈਗੀ, ਜਿਹੜੇ ਮੇਜਰ ਆਰਗਨ ਹੈਗੇ ਉਹ ਹਸਪੀਟਲ ਦੇ ਵਿੱਚ ਹੀ ਹੁੰਦੇ ਆ। ਜਦੋਂ ਪੇਸ਼ੈਂਟ ਜਿਹੜਾ ਹੈਗਾ ਉਹ ICU ਤੇ ਹੁੰਦਾ, ICU 'ਚ ਹੁੰਦਾ ਤੇ ਨਾਲ ਉਹਦੀ ਬਲਕਿ ਵੈਂਟੀਲੇਟਰ ਦੇ ਉੱਤੇ ਸਾਹ ਜਿਹੜੀ ਕਿਰਿਆ ਉਹ ਚੱਲ ਰਹੀ ਹੁੰਦੀ ਹੈ।
ਉੱਥੇ ਮਤਲਬ ਜਦੋਂ ਐਕਸਪਰਟ ਡਾਕਟਰ ਦੀ ਟੀਮ ਦੇ ਅੰਡਰ ਇਹ ਸਾਰਾ ਕੁਝ ਚੱਲ ਰਿਹਾ ਹੈ ਤੇ ਉਹਨੂੰ ਬਕਾਇਦਾ ਸਰਜੀਕਲ ਪ੍ਰੋਸੀਜਰ ਦੇ ਮੁਤਾਬਕ ਹੀ ਕੀਤਾ ਜਾਂਦਾ ਤੇ ਬਲਕਿ ਇਹ ਹੈ ਕਿ ਬਾਡੀ ਦੀ ਜਿਹੜੀ ਪੂਰੀ ਰਿਸਪੈਕਟ ਜਿਹੜੀ ਹੈਗੀ ਉਹ ਬਰਕਰਾਰ ਕੀਤੀ ਜਾਂਦੀ ਹੈ ਜੀ ਉਸ ਤੋਂ ਬਾਅਦ ਹੀ ਹੈ ਇਹ ਮਤਲਬ ਇੱਕ ਮਿਥ ਹੀ ਹੈ ਮਿਸਕਨਸੈਪਸ਼ਨ ਹੈ ਇਹ ਧਾਰਨਾ ਦੂਰ ਹੋਣੀ ਚਾਹੀਦੀ ਹੈ ਜੀ ਬਿਲਕੁਲ ਦੂਰ ਹੋਣੀ ਚਾਹੀਦੀ ਹੈ ਤੇ ਮਿਥ ਤੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਤੇ ਅੰਧ ਵਿਸ਼ਵਾਸ ਵੀ ਬਹੁਤ ਨੇ ਹੈ ਨਾ ਲੋਕੀ ਇਹ ਸੋਚਦੇ ਨੇ ਕਈਆਂ ਬਹੁਤ ਸਾਰੇ ਤਾਂ ਨਹੀਂ ਪਰ ਕੁਝ ਇੱਕ ਗਿਣਤੀ ਦੇ ਵਿੱਚ ਇਹ ਸੋਚਦੇ ਨੇ ਜੇ ਅਸੀਂ ਅੰਗਦਾਨ ਕਰਦੇ ਹਾਂ ਤਾਂ ਜਿਹੜਾ ਅਸੀਂ ਅੰਗਦਾਨ ਕਰਾਂਗੇ ਸਾਨੂੰ ਅਗਲੇ ਜਨਮ ਦੇ ਵਿੱਚ ਉਹਦਾ ਭੁਗਤਾਨ ਕਰਨਾ ਪਏਗਾ ਕੁਝ ਇੱਕ ਅੰਧ ਵਿਸ਼ਵਾਸ ਵੀ ਹੈ ਜਿਹੜੇ ਲੋਕਾਂ ਨੂੰ ਇਸ ਵੱਲ ਜਾਗਰੂਕ ਨਹੀਂ ਹੋਣ ਦਿੰਦੇ ਦੇਖੋ ਮੈਂ ਇਹ ਕਹਿੰਦਾ ਕਿ ਮੰਨ ਲਓ ਇੱਕ ਵਿਅਕਤੀ ਦੇ ਜਿਹੜੇ ਹੈਗਾ ਉਹ ਹਾਰਟ ਕੋਈ ਜਿਹੜਾ ਹੈਗਾ ਉਹ ਡੋਨੇਟ ਕੀਤਾ ਉਹਦੀ ਫੈਮਿਲੀ ਨੇ ਜੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਉਸ ਵਿਅਕਤੀ ਨੂੰ ਅਗਲਾ ਜਨਮ ਮਿਲਣਾ ਹੈ ਅਗਲਾ ਜਨਮ ਵੀ ਕਿੱਦਾਂ ਪੋਸੀਬਲ ਹੋ ਸਕਦਾ ਕਿ ਉਹਦੇ ਅਗਲੇ ਜਨਮ ਦੇ ਵਿੱਚ ਉਹਨੂੰ ਹਾਰਟ ਨਾ ਹੀ ਮਿਲੇ ਬਿਲਕੁਲ ਕਿ ਪਰਮਾਤਮਾ ਵੱਲੋਂ ਉਹਨੂੰ ਹਾਰਟ ਨਾ ਮਿਲੇ ਤੇ ਉਹਦਾ ਜਨਮ ਹੋ ਜਾਏ ਇਹ ਤਾਂ ਪੋਸੀਬਲ ਹੀ ਨਹੀਂ ਹੈ ਜੀ ਜੀ ਸੋ ਇਸ ਕਰਕੇ ਅਸੀਂ ਇਹ ਵੀ ਕਈ ਵਾਰੀ ਸੁਣਨ ਚਾਹੁੰਦਾ ਹੈ ਕਿ ਅਗਲੇ ਜਨਮ 'ਚ ਅਗਰ ਅਸੀਂ ਇਸ ਜਨਮ 'ਚ ਅੱਖਾਂ ਦਾਨ ਕਰ ਦਿੰਦੇ ਹਾਂ ਤੇ ਅਗਲੇ ਜਨਮ 'ਚ ਅਸੀਂ ਅੰਧੇ ਪੈਦਾ ਹੋਵਾਂਗੇ ਇਹ ਟੋਟਲੀ ਇੱਕ ਮਿਥ ਹੈ ਬਿਲਕੁਲ ਹੀ ਮਿਸਕਨਸੈਪਸ਼ਨ ਹੈ ਮੈਂ ਕਹਿੰਦਾ ਇਸੇ ਚੀਜ਼ ਦੀ ਘਾਟ ਕਾਰਨ ਜਿਹੜਾ ਇਹ ਅੰਗਦਾਨ ਹੈ ਨਾ ਕਿਤੇ ਰੁਕਾਵਟ ਜਿਹੜੀ ਹੈ ਸਭ ਤੋਂ ਵੱਡੀ ਹੈ ਜੀ ਮਤਲਬ ਇਹ ਅਵੇਅਰਨੈਸ ਟਾਕ ਜਿਹੜੀ ਹੈਗੀ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਸੀਂ ਵੀ ਇਸੇ ਅੱਜ ਪ੍ਰੋਗਰਾਮ ਦੇ ਮਾਰਫਤ ਇਸੇ ਲਈ ਮਤਲਬ ਤਤਪਰ ਹੈ ਕਿ ਲੋਕਾਂ 'ਚ ਉਹ ਮੈਸੇਜ ਜਾਣਾ ਚਾਹੀਦਾ ਕਿ ਅਸੀਂ ਇੱਕ ਲਿਵਿੰਗ ਪ੍ਰੂਫ ਹੈ ਜੀ ਦੇਖੋ ਮੈਨੂੰ ਮੇਰੇ ਵਾਈਫ ਨੇ ਜਿਹੜਾ ਹੈਗਾ ਉਹ ਅੰਗ ਦਿੱਤਾ ਮੈਂ ਅਦਰਵਾਈਜ਼ ਬੜੀ ਕ੍ਰਿਟੀਕਲ ਕੰਡੀਸ਼ਨ ਸੀ ਸੋ ਇੱਕ ਅੰਗਦਾਨ ਜਿਹੜਾ ਹੈਗਾ ਇਹ ਸਮਾਜ ਲਈ ਇਹ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ਸਾਨੂੰ ਇਸ ਅੰਧਕਾਰ ਦੇ ਜਿਹੜੇ ਦੁਨੀਆ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਜੀ ਤੇ ਇੱਕ ਵਾਰੀ ਦਰਸ਼ਕਾਂ ਨੂੰ ਫੇਰ ਦੱਸ ਦਈਏ ਕਿ ਅੱਜ ਗੱਲਬਾਤ ਹੋ ਰਹੀ ਹੈ ਖਾਸ ਵਿਸ਼ੇ ਤੇ ਪ੍ਰਵੀਨ ਕੁਮਾਰ ਰਤਨ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ ਨਾਲ ਹੈ ਉਹਨਾਂ ਦੇ ਲਾਈਫ ਪਾਰਟਨਰ ਰੂਪਾ ਜੀ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਮੋਟੀਵੇਟ ਕਰਦੇ ਨੇ ਅੰਗਦਾਨ ਦੇ ਲਈ ਤੇ ਨਾਲ ਹੀ ਸਮਾਜ ਸੇਵਾ ਦੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਅੰਗਦਾਨ ਲਈ ਮੋਟੀਵੇਟ ਕਰਦੇ ਰਹਿੰਦੇ ਨੇ ਆਏ ਦਿਨ ਇਹਨਾਂ ਨੂੰ ਫੋਨ ਆਉਂਦੇ ਰਹਿੰਦੇ ਨੇ ਤੇ ਲੋਕਾਂ ਦੇ ਜਿੰਨੇ ਵੀ ਮਿਥ ਹੈ ਇਹ ਉਸ ਨੂੰ ਕਲੀਅਰ ਕਰਦੇ ਨੇ ਤੇ ਬੜਾ ਕੁਝ ਦੱਸਦੇ ਨੇ ਲਗਾਤਾਰ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਇੱਕ ਸਵਾਲ ਇਹਨਾਂ ਤੋਂ ਇਹ ਪੁੱਛਦੇ ਹਾਂ ਕਿ ਇਦਾਂ ਸੁਣਨ ਦੇ ਵਿੱਚ ਆਇਆ ਹੈ ਕਿ ਅੰਗਦਾਨ ਜਦੋਂ ਹੈ ਸਰੀਰ ਤੋਂ ਅੰਗ ਉਸ ਵੇਲੇ ਲਿੱਤੇ ਜਾਂਦੇ ਨੇ ਕਿ ਜਦੋਂ ਦਿਲ ਦੀ ਜਿਹੜੀ ਧੜਕਣ ਹੈ ਉਹ ਬੰਦ ਹੋ ਜਾਂਦੀ ਹੈ ਦੇਖੋ ਆਪਾਂ ਗੱਲ ਕਰੀਏ ਕਿ ਡੈਥ ਜਿਹੜੀ ਹੈਗੀ ਹੈ ਡੈਥ ਦੋ ਤਰ੍ਹਾਂ ਦੀ ਹੈਗੀ ਇੱਕ ਤਾਂ ਨਾਰਮਲ ਡੈਥ ਹੈ ਜਿਹਨੂੰ ਅਸੀਂ ਕਾਰਡੀਅਕ ਅਰੈਸਟ ਕਹਿੰਦੇ ਹਾਂ ਜਿਹੜੀ ਕਿ ਆਮ ਤੌਰ ਤੇ ਜਿੱਦਾਂ ਘਰ 'ਚ ਵੀ ਹੋ ਜਾਂਦੀ ਹੈ ਹਸਪੀਟਲ ਵੀ ਹੋ ਜਾਂਦੀ ਹੈ ਉਸ ਪੋਜੀਸ਼ਨ ਦੇ ਵਿੱਚ ਤਾਂ ਅੱਖਾਂ ਦਾਨ ਹੋ ਸਕਦੀਆਂ ਜਿਹਨੂੰ ਅਸੀਂ ਕਹੀਏ ਕਿ ਟਿਸ਼ੂ ਦਾਨ ਹੋ ਸਕਦੇ ਆ ਅੱਖਾਂ ਟਿਸ਼ੂ ਦੇ ਵਿੱਚ ਆਉਂਦੀਆਂ ਐਦਾਂ ਹੀ ਮਤਲਬ ਜਿਹੜਾ ਹੈਗਾ ਸਕਿਨ ਡੋਨੇਟ ਹੋ ਸਕਦੀ ਹੈ ਈਵਨ ਅਸੀਂ ਬੋਨਸ ਦੀ ਗੱਲ ਕਰੀਏ ਉਹ ਵੀ ਡੋਨੇਟ ਹੋ ਸਕਦੇ ਆ ਹਾਰਟ ਦੇ ਵਾਲਸ ਹੈ ਉਹ ਡੋਨੇਟ ਹੋ ਸਕਦੇ ਆ ਪਰ ਜਿਹੜੇ ਮੇਨ ਆਰਗਨਸ ਜਿਹੜੇ ਹੈਗੇ ਜਿੱਦਾਂ ਲਿਵਰ ਹੈ ਕਿਡਨੀ ਹੈ ਉਹਦੇ ਵਾਸਤੇ ਜਿਹੜਾ ਹਸਪੀਟਲ 'ਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਉਹ ਡੈਥ ਜਿਹੜੀ ਉਹ ਬ੍ਰੇਨ ਡੈਥ ਮਤਲਬ ਜਦੋਂ ਇੱਕ ਵਿਅਕਤੀ ਜਿਹੜਾ ਹੈਗਾ ਉਹਨੂੰ ਕ੍ਰਿਟੀਕਲ ਹੈਡ ਇੰਜਰੀ ਹੋ ਗਈ ਜਿੱਦਾਂ ਹੁਣ ਅਸੀਂ ਅਕਸਰ ਕਹਿੰਦੇ ਆ ਕਿ ਹੈਲਮਟ ਪਾ ਕੇ ਸਾਨੂੰ 2 ਵੀਲਰ ਚਲਾਉਣਾ ਚਾਹੀਦਾ ਹੈ ਅਦਰਵਾਈਜ਼ ਜਦੋਂ ਕਿਸੇ ਤਰੀਕੇ ਵੀ ਕਿਤੇ ਕੋਈ ਫਾਲ ਹੋ ਗਿਆ ਬੱਚਾ ਕਿਤੇ ਬੈੱਡ ਤੋਂ ਗਿਰ ਗਿਆ ਜਾਂ ਕਿਤੇ ਪੌੜੀਆਂ ਤੋਂ ਗਿਰ ਗਿਆ ਤਾਂ ਉਸ ਸਿਚੁਏਸ਼ਨ ਜਦੋਂ ਮੇਜਰ ਹੈਡ ਇੰਜਰੀ ਹੋ ਜਾਂਦੀ ਹੈ ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਇਸ ਹੱਦ ਤੱਕ ਡੈਮੇਜ ਹੋ ਜਾਂਦਾ ਹੈ ਕਿ ਉਸ ਪੋਜੀਸ਼ਨ ਦੇ ਵਿੱਚੋਂ ਰਿਵਾਈਵਲ ਹੋਣੀ ਬਹੁਤ ਮੁਸ਼ਕਲ ਹੈ ਮਤਲਬ ਜਦੋਂ ਇੱਕ ਬ੍ਰੇਨ ਡੈਮੇਜ ਹੋ ਗਿਆ ਤੇ ਉੱਥੋਂ ਅਸੀਂ ਉਸ ਤਰੀਕੇ ਦੀ ਬੇਹੋਸ਼ੀ ਦੇ ਵਿੱਚੋਂ ਕਦੇ ਵਾਪਸ ਨਹੀਂ ਆ ਸਕਦੇ ਤਾਂ ਉਸ ਘੜੀ ਦੇ ਉੱਤੇ ਫੈਮਿਲੀ ਨੂੰ ਜਿਹੜਾ ਹੈਗਾ ਇਹ ਫੈਸਲਾ ਲੈਣਾ ਹਸਪੀਟਲ ਵੱਲੋਂ ਵੀ ਇਹ ਮੈਂਡੇਟਰੀ ਕੀਤਾ ਹੈ ਕਿ ਤੁਸੀਂ ਫੈਮਿਲੀ ਨੂੰ ਇਹ ਡਿਸਕਲੋਜ਼ ਕਰਨਾ ਹੈ ਕਿ ਅਗਰ ਤੁਸੀਂ ਇਸ ਤਰੀਕੇ ਦੀ ਸਿਚੁਏਸ਼ਨ 'ਚ ਕਿ ਹੁਣ ਇਹ ਵਿਅਕਤੀ ਨੂੰ ਬੇਸਿਕਲੀ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਪਹਿਲਾਂ ਜਦੋਂ ਡੈਥ ਜਿਹੜੀ ਸੀ ਉਹਨੂੰ ਕਾਰਡੀਅਕ ਅਰੈਸਟ ਦੇ ਨਾਲ ਹੀ ਡਿਕਲੇਅਰ ਕੀਤਾ ਜਾਂਦਾ ਸੀ ਕਿ ਡੈਥ ਹੋ ਗਿਆ ਬਟ ਹੁਣ ਜਿਹੜਾ ਲੇਟੈਸਟ ਕਨਸੈਪਟ ਦੇ ਅਕੋਰਡਿੰਗਲੀ ਸਰਕਾਰ ਵੱਲੋਂ ਇਹ ਪ੍ਰਮਾਣਿਤ ਕੀਤਾ ਗਿਆ ਕਿ ਜਦੋਂ ਬ੍ਰੇਨ ਡੈਡ ਹੋ ਗਿਆ ਕੋਈ ਪਰਸਨ ਤੇ ਉਹਦੀ ਡੈਥ ਡਿਕਲੇਅਰ ਕਰਨਾ ਹੈ ਉਹ ਡਾਕਟਰ ਦੀ ਬਕਾਇਦਾ ਟੀਮ ਡੈਥ ਡਿਕਲੇਅਰ ਕਰਦੀ ਹੈ ਜੀ ਤੇ ਉਸ ਸਟੇਜ ਦੇ ਵਿੱਚ ਜਦੋਂ ਕੋਈ ਬ੍ਰੇਨ ਡੈਡ ਹੋ ਗਿਆ ਉਸ ਵੇਲੇ ਅਗਰ ਫੈਮਿਲੀ ਕੰਸੈਂਟ ਕਰਦੀ ਹੈ ਬਿਨਾਂ ਫੈਮਿਲੀ ਦੀ ਕੰਸੈਂਟ ਤੋਂ ਉਹ ਵੀ ਨਹੀਂ ਹੋ ਸਕਦਾ ਬਿਲਕੁਲ ਜਦੋਂ ਫੈਮਿਲੀ ਕੰਸੈਂਟ ਕਰ ਦਿੰਦੀ ਹੈ ਤਾਂ ਉਸ ਵੇਲੇ ਜਿਹੜੇ ਆਰਗਨ ਹੈ ਉਹ ਜਿਹੜੇ ਇੰਪੋਰਟੈਂਟ ਵਾਈਟਲ ਆਰਗਨਸ ਹੈ ਤੇ ਉਹ ਉਦੋਂ ਜਦੋਂ ਸਾਹ ਚੱਲਦਾ ਹੈ ਉਦੋਂ ਜਦੋਂ ਦਿਲ ਦੀ ਧੜਕਣ ਚੱਲਦੀ ਹੈ ਤੇ ਉਸ ਵੇਲੇ ਉਹ ਆਰਗਨ ਜਿਹੜੇ ਹੈ ਉਹ ਡੋਨੇਟ ਹੁੰਦੇ ਆ ਤੇ ਤੁਸੀਂ ਇਹ ਸਾਰੀਆਂ ਗੱਲਾਂ ਕਰ ਰਹੇ ਸੀ ਤੇ ਇੱਕ ਤਸਵੀਰ ਇੱਕ ਸੋਚ ਮੇਰੇ ਸਾਹਮਣੇ ਆ ਰਹੀ ਸੀ ਕਿ ਇੱਕ ਪਾਸੇ ਇੱਕ ਬੰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਐਕਸੀਡੈਂਟਲ ਕੇਸਿਸ ਦੇ ਵਿੱਚ ਵੀ ਬ੍ਰੇਨ ਡੈਡ ਜਿਹੜਾ ਹੋ ਜਾਂਦਾ ਹੈ ਨਾ ਕਿ ਐਕਸੀਡੈਂਟ ਹੋਇਆ ਹੈ ਤੇ ਬ੍ਰੇਨ ਡੈਡ ਹੋ ਚੁੱਕਿਆ ਹੈ ਤੇ ਉਸ ਮਾਹੌਲ ਦੇ ਵਿੱਚ ਜਦੋਂ ਇੱਕ ਝਟਕਾ ਪਹਿਲੇ ਹੀ ਪਰਿਵਾਰ ਨੂੰ ਲੱਗਿਆ ਹੋਇਆ ਤੇ ਉਸ ਮਾਹੌਲ ਦੇ ਵਿੱਚ ਪਰਿਵਾਰ ਨੂੰ ਇਹ ਸਮਝਾਉਣਾ ਕਨਵਿੰਸ ਕਰਨਾ ਕਿ ਇਹਦੇ ਆਰਗਨ ਤੁਸੀਂ ਡੋਨੇਟ ਕਰੋ ਇਹਦੇ ਨਾਲ ਕਈ ਜ਼ਿੰਦਗੀਆਂ ਰੌਸ਼ਨ ਹੋ ਜਾਣਗੀਆਂ ਤੇ ਮੈਨੂੰ ਲੱਗਦਾ ਇਹ ਆਸਾਨ ਨਹੀਂ ਹੁੰਦਾ ਹੋਏਗਾ ਇਹ ਬਿਲਕੁਲ ਤੁਸੀਂ ਸਹੀ ਕਿਹਾ ਜੀ ਇਹ ਔਰ ਬਹੁਤ ਵੱਡਾ ਕੁਐਸਚਨ ਹੈ ਕਿਉਂਕਿ ਇਹੀ ਕੁਐਸਚਨ ਜਿਹੜਾ ਹੈਗਾ ਅਗਰ ਇਸ ਚੀਜ਼ ਦਾ ਜਾਣਕਾਰੀ ਜਿਹੜੀ ਹੈਗੀ ਹੈ ਦੇਖੋ ਲਾਈਫ ਦੇ ਵਿੱਚ ਕਿੱਥੇ ਕਿਸੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਣਾ
ਇਹਨੂੰ ਕੋਈ ਵੀ ਆਪਾਂ ਪ੍ਰੀਸਪੋਜ਼ ਨਹੀਂ ਕਰ ਸਕਦੇ। ਅਗਰ ਜਾਣਕਾਰੀ ਦੇ ਨਾਲ, ਅਵੇਅਰਨੈਸ ਦੇ ਨਾਲ ਇਸ ਕਨਸੈਪਟ ਦੇ ਬਾਰੇ ਲੋਕਾਂ ਨੂੰ ਆਮ ਪਤਾ ਹੈ ਤੇ ਉਸ ਵੇਲੇ ਫਿਰ ਇਹ ਫੈਸਲਾ ਲੈਣਾ ਜਿਹੜਾ ਬਹੁਤ ਆਸਾਨ ਹੋ ਜਾਂਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਇੱਕ ਟਰਾਮੈਟਿਕ ਕੰਡੀਸ਼ਨ ਦੇ ਵਿੱਚ ਇੱਕ ਬ੍ਰੇਨ ਇੰਜਰੀ ਦੇ ਕਾਰਨ ਇੱਕ ਪੇਸ਼ੈਂਟ ਉੱਥੇ ਗਿਆ, ਉਹਦੀ ਫੈਮਿਲੀ ਦੇ ਉੱਤੇ ਉਦੋਂ ਦੁੱਖਾਂ ਦਾ ਪਹਾੜ ਜਿਹੜਾ ਹੈਗਾ ਉਹ ਟੁੱਟ ਕੇ ਪੈ ਗਿਆ। ਉਸ ਵੇਲੇ ਮਤਲਬ ਉਸ ਫੈਮਿਲੀ ਨੂੰ ਜਾ ਕੇ ਇਹ ਕਹਿਣਾ ਕਿ ਇਹ ਤੁਹਾਡਾ ਪੇਸ਼ੈਂਟ ਜਿਹੜਾ ਹੈਗਾ ਵੀ ਬੜਾ ਕ੍ਰਿਟੀਕਲ ਹੈ ਤੇ ਇਹਦੀ ਸ਼ਾਇਦ ਜਾਨ ਨਹੀਂ ਬਚਾ ਪਾਏਗਾ ਹਸਪੀਟਲ, ਕਿ ਉਹ ਬ੍ਰੇਨ ਡੈਡ ਹੋ ਚੁੱਕਿਆ, ਤੇ ਉਸ ਸਟੇਜ ਦੇ ਉੱਤੇ ਉਸ ਫੈਮਿਲੀ ਨੂੰ ਹਿੰਮਤ ਹੀ ਨਹੀਂ ਪੈਂਦੀ। ਪਰ ਸਰਕਾਰ ਨੇ ਥੋੜਾ ਜਿਹਾ ਇੱਕ ਚੀਜ਼ ਇਹ ਕੀਤੀ ਕਿ ਜਿਹੜਾ 1994 ਦਾ ਐਕਟ ਹੈਗਾ ਇਹਨੂੰ 2011 ਚ ਅਮੈਂਡ ਕੀਤਾ। ਹਸਪੀਟਲਾਂ ਦੇ ਵਿੱਚ ਜਿਹੜੀ ਹੈਗੀ ਟ੍ਰਾਂਸਪਲਾਂਟ ਕੋਆਰਡੀਨੇਟਰ ਦੀ ਪੋਸਟ ਕ੍ਰੀਏਟ ਕੀਤੀ। ਟ੍ਰਾਂਸਪਲਾਂਟ ਕੋਆਰਡੀਨੇਟਰ ਜਿਹੜੇ ਹੈਗੇ ਉਹ ਫੈਮਿਲੀ ਦੇ ਨਾਲ ਇਨ ਟੱਚ ਰਹਿੰਦੇ ਆ, ਉਹਨਾਂ ਨੂੰ ਉਸ ਵੇਲੇ ਪੇਸ਼ੈਂਟ ਦੀ ਜਿਹੜੀ ਅਪਡੇਸ਼ਨ ਹੈ ਉਹ ਵੀ ਦਿੰਦੇ ਰਹਿੰਦੇ ਆ ਤੇ ਨਾਲ ਉਹਨਾਂ ਨੂੰ ਉਸ ਚੀਜ਼ ਦੇ ਬਾਰੇ ਕੰਪਲੀਟ ਜਾਣਨਾ ਪੈਂਦਾ ਹੈ ਜੀ। ਇੱਥੇ ਮੈਂ ਇੱਕ ਐਗਜ਼ਾਮਪਲ ਕੋਟ ਕਰਨੀ ਚਾਹਾਂਗਾ ਜੀ। ਸਾਡੇ ਸੁਰਿੰਦਰ ਕੌਰ ਜੀਤ ਭਾਟੀਆ ਮੋਰਿੰਡਾ ਤੋਂ ਪੇਸ਼ੈਂਟ ਸੀਗੇ, ਉਹਨਾਂ ਨੂੰ ਬ੍ਰੇਨ ਹੈਮਰੇਜ ਦੀ ਪ੍ਰੋਬਲਮ ਹੋਈ। ਉਹ ਫੈਮਿਲੀ ਸ਼ੁਰੂ ਤੋਂ ਹੀ ਉਹ ਫੈਮਿਲੀ ਹਸਬੈਂਡ ਵਾਈਫ ਜਿਹੜੇ ਹੈਗੇ ਉਹਨਾਂ ਨੇ 50 ਵਾਰੀ ਬਲੱਡ ਡੋਨੇਟ ਕੀਤਾ ਹੋਇਆ ਸੀ। ਉਹ ਸਮਾਜ ਲਈ ਬਹੁਤ ਸਮਰਪਿਤ ਸੀਗੇ, ਮਤਲਬ ਉਹ ਬਹੁਤ ਅਵੇਅਰ ਸੀ। ਉਹਨਾਂ ਨੇ ਜਦੋਂ ਉਹਨਾਂ ਨੂੰ ਇਦਾਂ ਦੀ ਪੋਜੀਸ਼ਨ 'ਚ ਇਸ ਤਰੀਕੇ ਦੀ ਇਹ ਘਟਨਾ ਵਾਪਰੀ ਉਹਨਾਂ ਨਾਲ, ਜਿੱਦਾਂ ਬ੍ਰੇਨ ਹੈਮਰੇਜ ਹੋਇਆ, ਤਾਂ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਆਪਾਂ ਇਦਾਂ ਦਾ ਕਰਕੇ ਉਹਨਾਂ ਦੀ ਅੱਖਾਂ ਦਾਨ ਕਰਨੀਆਂ ਚਾਹੁੰਦੇ ਹਾਂ। ਤੇ ਮੈਂ ਕਿਹਾ ਕਿ ਅੱਖਾਂ, ਜੇ ਤੁਸੀਂ ਇਹ ਫੈਸਲਾ ਹੀ ਲੈ ਲਿਆ ਕਿ ਆਪਾਂ ਅੱਖਾਂ ਦਾਨ ਕਰਨੀਆਂ, ਫਿਰ ਆਪਾਂ ਅੰਗਦਾਨ ਕਿਉਂ ਨਹੀਂ ਕਰ ਸਕਦੇ? ਦੇਖੋ ਇਹ ਬਹੁਤ ਵੱਡੀ ਐਗਜ਼ਾਮਪਲ ਹੈ, ਉਹਨਾਂ ਦਾ ਬਹੁਤ ਵੱਡਾ ਇਹ ਜਿਗਰਾ ਹੈ ਕਿ ਉਹਨਾਂ ਨੇ ਤੁਰੰਤ ਫੈਸਲਾ ਲਿਆ। ਕਿਉਂਕਿ ਮੈਂ ਇੱਥੇ ਇਸ ਕਰਕੇ ਲਿੰਕ ਕਰ ਰਿਹਾ ਕਿ ਉਹ ਫੈਮਿਲੀ ਇਸ ਚੀਜ਼ ਤੋਂ ਆਲਰੇਡੀ ਅਵੇਅਰ ਸੀ ਤੇ ਉਹ ਸੋਸ਼ਲ ਕਾਜ਼ ਲਈ ਆਲਰੇਡੀ ਡੈਡੀਕੇਟਿਡ ਸੀ ਤੇ ਉਹਨਾਂ ਨੇ ਉਸ ਚੀਜ਼ ਨੂੰ ਐਕਸੈਪਟ ਕੀਤਾ, ਪੂਰੀ ਫੈਮਿਲੀ ਨੇ। ਤੇ ਉਹਨਾਂ ਦੇ ਪੀਜੀਆਈ ਦੇ ਵਿੱਚ ਉਹਨਾਂ ਦੇ ਕਾਰਨੀਆ ਡੋਨੇਟ ਹੋਇਆ, 2 ਬੰਦਿਆਂ ਨੂੰ ਜਿਹੜੀ ਹੈਗੀ ਉਹ ਜੀਵਨ ਮਿਲਿਆ, ਦ੍ਰਿਸ਼ਟੀ ਮਿਲੀ, ਅੱਖਾਂ ਦੀ ਰੋਸ਼ਨੀ ਮਿਲੀ, ਤੇ 2 ਕਿਡਨੀ ਜਿਹੜੀਆਂ ਹੈਗੀਆਂ ਉਹਨਾਂ ਦੇ ਡੋਨੇਟ ਹੋਈਆਂ। ਸੋ ਜਦੋਂ ਆਲਰੇਡੀ ਕਿਸੇ ਨੂੰ ਪਤਾ ਹੈ, ਫਿਰ ਇਹ ਜਿਹੜਾ ਕੁਐਸਚਨ ਹੈ ਉਹ ਫੈਮਿਲੀ ਲਈ ਬੜਾ ਆਸਾਨ ਹੋ ਜਾਂਦਾ ਸਮਝਣਾ ਤੇ ਫੈਸਲਾ ਲੈਣਾ। ਬਿਲਕੁਲ। ਤੇ ਜਦੋਂ ਕੋਈ ਅੰਗਦਾਨ ਕਰਦਾ ਹੈ, ਆਰਗਨ ਡੋਨੇਸ਼ਨ ਲਈ ਅੱਗੇ ਆਂਦਾ ਹੈ, ਤੇ ਉਸ ਵੇਲੇ ਕੋਈ ਕਾਰਡ ਵੀ ਉਹਨੂੰ ਇਸ਼ੂ ਕੀਤਾ ਜਾਂਦਾ? ਹਾਂਜੀ ਬਿਲਕੁਲ ਹੈ ਕਿ ਜਦੋਂ ਅਸੀਂ ਫਾਰਮ ਜਿਹੜਾ 7 ਹੈ ਉਹ ਐਕਟ ਦੇ ਵਿੱਚ ਪ੍ਰੋਵਾਈਡਡ ਹੈ, ਉਹ ਫਾਰਮ 7 ਜਿਹੜਾ ਉਹ ਭਰਿਆ ਜਾਂਦਾ ਤੇ ਪੀਜੀਆਈ ਸੰਸਥਾ ਜਿੱਦਾਂ ਜਾਂ ਜਿਹੜੀਆਂ ਵੀ ਹੋਰ ਆਰਗੇਨਾਈਜੇਸ਼ਨਸ ਹੈਗੀਆਂ ਉਹ ਬਕਾਇਦਾ ਉਹਨਾਂ ਨੂੰ ਪਲੇਜ ਕਾਰਡ ਜਿਹੜਾ ਹੈਗਾ ਉਹ ਬਕਾਇਦਾ ਇਸ਼ੂ ਕਰਦੇ ਜੀ। ਤੇ ਜੇ ਉਹ ਕਾਰਡ ਅਸੀਂ ਆਪਣੀ ਟੈਲੀਵਿਜ਼ਨ ਸਕਰੀਨ ਤੇ ਵੀ ਦੇਖ ਰਹੇ ਹਾਂ, BN ਆਰਗਨ ਡੋਨਰ, ਇਹ ਕਾਰਡ ਜਿਹੜਾ ਹੈ ਉਹ ਇਸ਼ੂ ਕੀਤਾ ਜਾਂਦਾ, ਪ੍ਰੋਪਰ ਗਵਰਨਮੈਂਟ ਵੱਲੋਂ ਪ੍ਰਸਕ੍ਰਾਈਬਡ ਹੈ ਜੀ। ਨੋਟੋ ਜਿਹੜੀ ਸਾਡੀ ਸੰਸਥਾ ਹੈਗੀ ਹੈ, ਸਾਡੀ ਐਪੈਕਸ ਬਾਡੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਇਹ ਸੰਸਥਾ ਜਿਹੜੀ ਹੈ ਸਥਾਪਿਤ ਹੈ। ਉਹਦੇ ਵੱਲੋਂ ਉਹਨਾਂ ਦੇ ਅੰਡਰ ਡਿਫਰੈਂਟ ਰੀਜਨਸ ਦੇ ਵਿੱਚ ਰੋਟੋਜ਼ ਹੈਗੇ, ਰੀਜਨਲ ਆਰਗੇਨਾਈਜੇਸ਼ਨ ਜਿਹੜੀਆਂ ਸੰਸਥਾਵਾਂ ਹੈ ਜਿਹੜੀਆਂ ਮੋਨੀਟਰ ਕਰਦੀਆਂ ਤੇ ਉਹੀ ਇਹ ਕਾਰਡ ਜਾਰੀ ਕਰਦੀਆਂ। ਤੇ ਹੈਲਪਲਾਈਨ ਨੰਬਰਸ ਵੀ ਜਿਹੜੇ ਹੈ? ਬਿਲਕੁਲ ਹੈ ਜੀ, ਹੈਲਪਲਾਈਨ ਨੰਬਰ ਵੀ ਹੈ, ਤੁਸੀਂ ਉਹਨਾਂ ਦੇ ਹੈਲਪਲਾਈਨ ਨੰਬਰ ਦੇ ਉੱਤੇ ਜਿਹੜਾ ਹੈਗਾ ਤੇ ਸਕਰੀਨ ਤੇ ਅਸੀਂ ਆਪਣੇ ਦੇਖ ਸਕਦੇ ਹਾਂ ਹੈਲਪਲਾਈਨ ਨੰਬਰ ਤੇ ਵੈਬਸਾਈਟ। ਤੇ ਇਸ ਸਾਈਟ ਦੇ ਉੱਤੇ ਜਾ ਕੇ ਅਸੀਂ ਆਨਲਾਈਨ ਵੀ ਆਪਣੇ ਆਰਗਨ ਜਿਹੜੇ ਹੈ ਉਹ ਪਲੇਜ ਕਰ ਸਕਦੇ ਹਾਂ। ਅਸੀਂ ਆਨਲਾਈਨ ਜਿਹੜਾ ਹੈਗਾ ਉਹ ਕਾਲ ਕਰ ਸਕਦੇ ਹਾਂ ਤੇ ਉਹ ਸੰਬੰਧਿਤ ਕੋਈ ਵੀ ਜਾਣਕਾਰੀ ਹੈ, ਕੋਈ ਕੁਐਰੀ ਹੈ, ਉਹਦਾ ਜਵਾਬ ਸਾਨੂੰ ਮਿਲੇਗਾ ਜੀ, ਮਿਲ ਜਾਂਦਾ ਹੈ। ਤੇ ਜਿੱਦਾਂ ਆਰਗਨ ਡੋਨੇਸ਼ਨ ਦੀ ਅਸੀਂ ਗੱਲ ਕੀਤੀ, ਤੁਸੀਂ ਦੱਸਿਆ ਕਿ ਕਿਹੜੇ ਜਿਹੜੇ ਆਰਗਨ ਹੈ ਡੋਨੇਟ ਕੀਤੇ ਜਾ ਸਕਦੇ ਨੇ, ਤੇ ਇੱਕ ਵਾਰੀ ਜਦੋਂ ਡੈਥ ਹੋ ਗਈ ਹੈ ਕਿਸੇ ਦੀ, ਤੇ ਉਸ ਤੋਂ ਕਿੰਨੀ ਦੇਰ ਬਾਅਦ ਉਹਦੇ ਸਰੀਰ ਚੋਂ ਜਿਹੜੇ ਆਰਗਨ ਲੈ ਲਿੱਤੇ ਜਾਣ ਤਾਂ ਹੀ ਉਹ ਕੰਮ ਆ ਸਕਦੇ ਨੇ? ਹਾਂਜੀ ਇਹਦੇ ਬਾਰੇ ਥੋੜਾ ਜਿਹਾ ਇਹਦਾ ਵੀ ਜਵਾਬ ਐਵੇਂ ਹੈ ਕਿ ਆਰਗਨ ਡੋਨੇਸ਼ਨ 2 ਤਰੀਕੇ ਨਾਲ ਹੀ ਹੁੰਦੀ ਹੈ। ਅਗਰ ਨਾਰਮਲ ਡੈਥ ਹੁੰਦੀ ਹੈ, ਜਿੱਦਾਂ ਕਿ ਹਸਬੈਂਡ ਨੇ ਦੱਸਿਆ ਕਿ ਕਾਰਡੀਅਕ ਡੈਥ ਹੋਈ ਹਸਪੀਟਲ 'ਚ ਜਾਂ ਘਰ ਵਿੱਚ, ਉਦੋਂ ਸਿਰਫ ਅਸੀਂ ਨੇਤਰ ਦਾਨ ਕਰ ਸਕਦੇ ਹਾਂ ਜਾਂ ਫਿਰ ਅਸੀਂ ਸਿਰਫ ਚਮੜੀ ਦਾਨ ਕਰ ਸਕਦੇ ਹਾਂ। ਉਹ ਨੇਤਰ ਦਾਨ ਕਰਨ ਦਾ ਟਾਈਮ ਮੌਤ ਤੋਂ 6 ਘੰਟੇ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ ਤਾਂ ਕਿ ਅੱਖਾਂ ਜੋ ਹੈ ਕਿ ਉਹ ਪ੍ਰੋਪਰ ਯੂਜ਼ ਹੋ ਸਕਣ। ਉਸ ਦੇ ਲਈ ਕੁਝ ਸਾਵਧਾਨੀਆਂ ਧਿਆਨ 'ਚ ਰੱਖਣੀਆਂ ਪੈਂਦੀਆਂ, ਜਿੱਦਾਂ ਅਗਰ ਡੈਡ ਬੋਡੀ ਜਿੱਥੇ ਪਈ ਹੈ ਉਹ ਉਸ ਜਗ੍ਹਾ 'ਚ ਅਗਰ ਪੱਖਾ ਚੱਲਦਾ, ਪੱਖਾ ਬੰਦ ਕਰ ਦੇਣਾ ਚਾਹੀਦਾ ਹੈ, ਕਾਟਨ ਗਿੱਲੀ ਕਰਕੇ ਉਹਦੇ ਫੰਬੇ ਅੱਖਾਂ 'ਤੇ ਰੱਖ ਦੇਣੇ ਚਾਹੀਦੇ ਹੈ। ਅਗਰ AC ਚੱਲਦਾ ਤਾਂ ਉਹ ਚੱਲਦਾ ਰਹਿਣ ਦੇਣਾ ਚਾਹੀਦਾ ਹੈ। ਔਰ ਤੁਸੀਂ ਸੰਬੰਧਿਤ ਆਈ ਬੈਂਕ ਵਿੱਚ ਜਾਂ ਹਸਪੀਟਲ 'ਚ ਮਤਲਬ अपने इन्फॉर्म करके आइज़ डोनेट करा सकते हैं। और जो बाकी ऑर्गन है लंग्स लीवर आदि जिहड़े है ये जो है ब्रेन डैथ केस विच ही डोनेट होंदे हैं। इन्हां दा अलग अलग टाइम है, जिवें लंग्स है 4 तो 6 घंटे दे विच डोनेट हो जाने चाहिए, लंग्स 4 तो 6 घंटे दे विच। हाँ जी, इसी तरह जो किडनी है जो कि मोस्टली साडे देश विच किडनी ही ट्रांसप्लांट होंदी है, किडनी जो है 24 तो 48 घंटे दे विच डोनेट हो जानी चाहिए है। इसी तरह लीवर है 15 तो 24 घंटे दे विच
ਡੋਨੇਟ ਹੋ ਜਾਣਾ ਚਾਹੀਦਾ ਹੈ ਜੀ। ਔਰ ਲੰਗਸ ਵੀ ਜੋ ਹੈ 4 ਤੋਂ 8 ਘੰਟੇ ਦਾ ਸਮਾਂ ਇਹਦੇ ਵਾਸਤੇ ਵੀ ਡੋਨੇਟ ਕਰਨ ਦਾ ਡੋਨੇਟ ਹੋ ਸਕਦੇ ਹਾਂਜੀ ਜੀ ਜੀ। ਤੇ ਹੁਣ ਰੂਪਾ ਜੀ ਮੈਂ ਤੁਹਾਡੇ ਨਾਲ ਗੱਲ ਇਹ ਕਰਨਾ ਚਾਹੂੰਗੀ ਕਿ ਜਿਸ ਤਰ੍ਹਾਂ ਮੈਂ ਦਰਸ਼ਕਾਂ ਨੂੰ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਤੁਸੀਂ ਵੀ ਆਪਣੇ ਲਾਈਫ ਪਾਰਟਨਰ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ, ਤੁਸੀਂ ਆਪਣੇ ਲਿਵਰ ਦਾ ਇੱਕ ਹਿੱਸਾ ਉਹਨਾਂ ਨੂੰ ਡੋਨੇਟ ਕੀਤਾ। ਜਦੋਂ ਇਹ ਪਰਿਸਥਿਤੀ ਤੁਹਾਡੇ ਤੇ ਆਈ, ਜਦੋਂ ਇਹ ਮਾਹੌਲ ਸੀਗਾ, ਤੇ ਕੀ ਇਹ ਫੈਸਲਾ ਲੈਣਾ ਆਸਾਨ ਸੀ ਤੁਹਾਡੇ ਲਈ? ਕਿਉਂਕਿ ਉਹ ਟਾਈਮ ਇੰਨਾ ਮਤਲਬ ਕ੍ਰਿਟੀਕਲ ਟਾਈਮ ਸੀ, ਕਿਉਂਕਿ ਇਹਨਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਇਹ ਬੈੱਡ ਰੀਡਨ ਹੀ ਸੀ। ਆਪਣੀ ਰੂਟੀਨ ਐਕਟੀਵਿਟੀਜ਼ ਵੀ ਮਤਲਬ ਇੱਕ ਡਿਪੈਂਡ ਹੁੰਦੇ ਸੀ ਵੀ ਕੋਈ ਮੈਨੂੰ ਕਰਵਾ ਦੇਵੇ। ਔਰ ਜਦੋਂ ਕਾਫੀ ਦੇਰ ਟ੍ਰੀਟਮੈਂਟ ਚੱਲਦਾ ਰਿਹਾ, ਡਾਕਟਰਸ ਨੇ ਸਿਰਫ ਇੱਕੋ ਇੱਕ ਇਲਾਜ ਇਹ ਦੱਸਿਆ ਕਿ ਇਹਨਾਂ ਦਾ ਇਲਾਜ ਤਾਂ ਲੀਵਰ ਟ੍ਰਾਂਸਪਲਾਂਟ ਹੀ ਹੈ, ਤਾਂ ਹੀ ਇਹਨਾਂ ਦੀ ਲਾਈਫ ਜਿਹੜੀ ਹੈ ਇੰਪਰੂਵ ਹੋ ਸਕਦੀ ਹੈ। ਤਾਂ ਮੇਰੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹਨਾਂ ਦੀ ਲਾਈਫ ਕਿਵੇਂ ਬਚਾਈ ਜਾਵੇ। ਇਸ ਲਈ ਚਾਹੇ ਮੈਂ ਆਪਣੇ ਆਪ ਨੂੰ ਮਤਲਬ ਆਪਣਾ ਆਰਗਨ ਡੋਨੇਟ ਕਰਨ ਲਈ ਵੀ ਤਿਆਰ ਸੀ, ਕਿਉਂਕਿ ਸਭ ਤੋਂ ਵੱਡੀ ਮੇਰੀ ਜ਼ਿੰਦਗੀ ਦਾ ਜੋ ਹੈ ਇਹ ਮਕਸਦ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਲਾਈਫ ਬਚ ਜਾਏ, ਤਾਂ ਕਿ ਸਾਰਾ ਪਰਿਵਾਰ ਜੋ ਢੰਗ ਨਾਲ ਜ਼ਿੰਦਗੀ ਜੀ ਸਕੇ। ਬਿਲਕੁਲ। ਤੇ ਜਦੋਂ ਇਹਨਾਂ ਨੇ ਕਿਹਾ ਕਿ ਹਾਂ ਮੈਂ ਲਿਵਰ ਡੋਨੇਟ ਕਰਨਾ ਚਾਹੁੰਦੀ ਹਾਂ ਤੇ ਮੈਂ ਹੀ ਤੁਹਾਨੂੰ ਨਵੀਂ ਜ਼ਿੰਦਗੀ ਦਊਂਗੀ, ਤੇ ਇਸ ਚੀਜ਼ ਨੂੰ ਅਸੈਪਟ ਕਰਨਾ ਤੇ ਇਸ ਪ੍ਰੋਸੀਜਰ ਨੂੰ ਅੱਗੇ ਲੈ ਕੇ ਜਾਣਾ, ਮੁਸ਼ਕਿਲਾਂ ਤਾਂ ਆਈਆਂ ਹੋਣਗੀਆਂ। ਬਿਲਕੁਲ ਮੈਮ, ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੀ ਇੰਨੀ ਮਿਜ਼ਰੇਬਲ ਕੰਡੀਸ਼ਨ ਸੀ ਕਿ ਜੇ ਮੇਰੇ ਇੱਕ ਵਾਰੀ ਬਲੀਡਿੰਗ ਤੋਂ ਮੰਨ ਲਓ ਜਿੱਦਾਂ ਮੈਂ ਸ਼ੇਵ ਵੀ ਕੀਤੀ ਕਿ ਤੋਂ ਬਲੀਡਿੰਗ ਸਟਾਰਟ ਹੋ ਗਈ ਤਾਂ ਬਲੀਡਿੰਗ ਬੰਦ ਨਹੀਂ ਸੀ ਹੁੰਦੀ। ਮੈਨੂੰ ਮਤਲਬ ਆਈਸ ਦਾ ਟੁਕੜਾ ਲੈ ਕੇ ਮਤਲਬ ਮੈਂ ਬਹੁਤ ਹੀ ਮਿਜ਼ਰੇਬਲ ਲਾਈਫ ਦੇ ਵਿੱਚ ਸੀਗਾ। ਮੈਂ ਈਵਨ ਜੇ ਕਿਤੇ ਗੱਡੀ ਵੀ ਡਰਾਈਵ ਕਰਦਾ, ਮੇਰੇ ਕ੍ਰੈਂਪਸ ਪੈ ਗਏ ਤਾਂ ਮੈਨੂੰ ਗੱਡੀ ਖੜੀ ਕਰਕੇ ਸੜਕ ਤੇ ਲੇਟਣਾ ਪੈ ਜਾਂਦਾ ਸੀ। ਮੇਰਾ ਨਮਕ ਜਿਹੜਾ ਹੈਗਾ ਮੈਂ 1 ਗ੍ਰਾਮ ਨਮਕ ਯੂਜ਼ ਕਰ ਸਕਦਾ ਸੀ। ਤੇ ਮੇਰੀ ਲਾਈਫ ਜਿਹੜੀ ਮੈਨੂੰ ਡੇ ਟੂ ਡੇ ਐਕਟੀਵਿਟੀਜ਼ ਕਰਨੀਆਂ, ਪਰਫਾਰਮ ਕਰਨੀਆਂ ਬਹੁਤ ਮੁਸ਼ਕਿਲ ਹੋ ਗਈਆਂ ਸੀ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ, ਮੈਂ ਆਪਣੇ ਡਾਕਟਰਸ ਦਾ, ਡਾਕਟਰ ਅਰਵਿੰਦਰ ਸਵਾਨ ਜਿਹੜੇ ਮੇਰੇ ਸੈਕੰਡ ਗੋਡ ਹੈਗੇ, ਤੇ ਉਹਨਾਂ ਸਾਰਿਆਂ ਤੋਂ ਵੱਧ ਕੇ ਅਗਰ ਮੈਂ ਗੱਲ ਕਹਾਂ ਕਿ ਆਰਗਨ ਡੋਨਰ ਦਾ, ਜਿਨ੍ਹਾਂ ਦੀ ਬਦੌਲਤ ਇਹ ਮੈਨੂੰ ਆਰਗਨ ਮਿਲਿਆ ਤੇ ਮੇਰੀ ਜ਼ਿੰਦਗੀ ਜਿਹੜੀ ਹੈ ਚੱਲ ਰਹੀ ਹੈ ਜੀ। ਤੇ ਹੁਣ ਗੱਲ ਇਹ ਕਰਦੇ ਹਾਂ ਕਿ ਆਰਗਨ ਡੋਨੇਸ਼ਨ ਤੋਂ ਬਾਅਦ, ਲਿਵਰ ਟ੍ਰਾਂਸਪਲਾਂਟ ਤੋਂ ਬਾਅਦ, ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਏ? ਪਹਿਲੇ ਦੇ ਤਾਂ ਤੁਸੀਂ ਦੱਸਤਾ ਸਾਨੂੰ। ਬਿਲਕੁਲ ਜੀ। ਮੇਰੀ ਜ਼ਿੰਦਗੀ ਮੈਂ ਕਹਿੰਦਾ ਕਿ ਮੇਰੇ ਆਰਗਨ ਡੋਨਰ ਨੇ, ਸ਼ੀ ਹੈਜ਼ ਨਾਟ ਓਨਲੀ ਸੇਵਡ ਮਾਈ ਲਾਈਫ ਬਟ ਸ਼ੀ ਹੈਜ਼ ਐਂਟਾਇਰਲੀ ਚੇਂਜਡ ਇਟ। ਮੇਰੀ ਮਤਲਬ ਜਿਹੜੀ ਜ਼ਿੰਦਗੀ ਉਹ ਟੋਟਲੀ ਬਦਲ ਚੁੱਕੀ ਜੀ। ਮੈਂ ਨਾਰਮਲ ਲਾਈਫ ਤੋਂ ਜ਼ਿਆਦਾ ਵੱਧ ਕੇ ਜ਼ਿੰਦਗੀ ਜਿਹੜੀ ਉਹ ਜੀ ਰਿਹਾ। ਦੇਖੋ ਇਹ ਆਰਗਨ ਡੋਨੇਸ਼ਨ ਦਾ ਜਿਹੜਾ ਮਹੱਤਵ ਹੈ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਬਹੁਤ ਜ਼ਿਆਦਾ, ਕਿ ਜੇ ਅਸੀਂ ਅੰਗ ਦਾਨ ਕਰਦੇ ਹਾਂ ਉਹਨਾਂ ਦਾ ਸਹੀ ਉਪਯੋਗ ਕੀ ਹੈ। ਮੈਂ ਤੇ ਇਹ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਮੇਰਾ 2011 ਦੇ ਵਿੱਚ ਲਿਵਰ ਟ੍ਰਾਂਸਪਲਾਂਟ ਹੋਇਆ ਜੀ, 2014 ਦੇ ਵਿੱਚ ਸਾਡੇ ਕੋਲ ਬੇਟਾ ਬੋਰਨ ਹੋਇਆ। ਅਸੀਂ ਇੱਕ ਨਹੀਂ 2 ਜਨਰੇਸ਼ਨਸ ਜਿਹੜੀਆਂ ਹੈਗੀਆਂ ਉਹ ਜਿੰਦਾ ਇੱਕ ਅਗਰ ਕਿਸੇ ਅੰਗਦਾਨੀ ਨੇ ਅੰਗਦਾਨ ਕਰਨ ਵਾਸਤੇ ਯੈਸ ਕਹੀ। ਤੇ ਮੇਰੀ ਉਸ ਤੋਂ ਬਾਅਦ ਦੇਖੋ ਮੈਂ ਜਿਮ ਜੁਆਇਨ ਕੀਤਾ, ਵਾਕਿੰਗ ਸਾਨੂੰ ਓਪਰਚੁਨਿਟੀ ਮਿਲੀ, ਅਸੀਂ ਟ੍ਰਾਂਸਪਲਾਂਟ ਗੇਮਸ ਆਫ ਅਮਰੀਕਾ ਦੇ ਵਿੱਚ ਗਏ। ਉੱਥੇ ਵੀ ਆਰ ਦਾ ਫਸਟ ਇੰਡੀਅਨ ਕਪਲ ਕਿ ਅਸੀਂ ਟ੍ਰਾਂਸਪਲਾਂਟ ਗੇਮਸ ਆਫ ਅਮਰੀਕਾ ਦੇ ਵਿੱਚ ਪਾਰਟਿਸਿਪੇਟ ਕੀਤਾ। ਉੱਥੇ ਸਾਨੂੰ ਮੈਡਲ ਮਿਲੇ, ਮੈਡਲਿੰਗ ਇਵੈਂਟ ਸੀਗੇ। ਤੇ ਇਸੇ ਤਰੀਕੇ ਅਸੀਂ 2019 ਦੇ ਵਿੱਚ ਵਰਲਡ ਟ੍ਰਾਂਸਪਲਾਂਟ ਗੇਮਸ ਹੋਈਆਂ, ਯੂਕੇ ਦੇ ਵਿੱਚ ਹੋਈਆਂ। ਅਸੀਂ ਉੱਥੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਅਗੇਨ ਵੀ ਆਰ ਦਾ ਫਸਟ ਇੰਡੀਅਨ ਕਪਲ। ਉਹ 1978 ਤੋਂ ਗੇਮ ਚੱਲ ਰਹੀਆਂ ਸੀ, ਪਿਛਲੇ 41 ਸਾਲ ਤੋਂ। ਮਤਲਬ ਉਸ ਗੇਮ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਵਾਰੀ ਪਾਰਟਿਸਿਪੇਟ ਕੀਤਾ। ਅਸੀਂ ਇਹ ਸਾਬਤ ਕੀਤਾ ਕਿ ਭਾਰਤ ਜਿਹੜਾ ਹੈਗਾ ਉਹ ਅੰਗਦਾਨ 'ਚ ਬਹੁਤ ਉੱਪਰ ਹੈ, ਤੇ ਜਿਹੜੀ ਅੰਗਦਾਨ ਤੋਂ ਬਾਅਦ ਜਿਹੜੀ ਲਾਈਫ ਮਿਲੀ ਹੈ ਉਹਦਾ ਕਿਸ ਤਰੀਕੇ ਉਹ ਜ਼ਿੰਦਗੀ ਬਦਲਦੀ ਹੈ। ਸੋ ਮੇਰੀ ਦੇਖੋ ਇੱਕ ਨਾਰਮਲ ਜਦੋਂ ਮੈਂ ਜ਼ਿੰਦਗੀ ਜੀ ਨਹੀਂ ਸੀ ਸਕਦਾ, ਮੈਂ ਬਿਲਕੁਲ ਬੈੱਡ ਰਿਡਨ ਸੀ। ਉਸ ਜ਼ਿੰਦਗੀ ਨੂੰ ਮੈਂ ਲੈ ਕੇ ਕਿਸੇ ਹੋਰ ਦੇ ਆਰਗਨਾਂ ਨੂੰ ਲੈ ਕੇ ਮੈਂ ਮੈਦਾਨ ਦੇ ਵਿੱਚ ਦੌੜ ਰਿਹਾ ਯੂਕੇ ਦੇ ਵਿੱਚ। ਇਹ ਤਾਂ ਟੋਟਲੀ ਮੇਰੀ ਜ਼ਿੰਦਗੀ ਬਦਲਤੀ ਜੀ, ਟੋਟਲੀ ਪੂਰੀ ਜ਼ਿੰਦਗੀ ਤੁਹਾਡੀ ਬਦਲ ਗਈ। ਤੇ ਰਿਕਵਰੀ ਦੀ ਜੇ ਗੱਲ ਕਰੀਏ ਤਾਂ ਰਿਕਵਰੀ ਨੂੰ ਉਸ ਵੇਲੇ ਕਿੰਨਾ ਟਾਈਮ ਲੱਗਿਆ ਸੀਗਾ ਠੀਕ ਹੋਣ ਦੇ ਵਿੱਚ? ਇੱਕ ਵਾਰੀ ਸਰਜਰੀ ਹੋ ਗਈ ਤੇ ਫਿਰ ਕਿੰਨਾ ਵਕਤ ਲੱਗਿਆ ਤੁਹਾਨੂੰ ਠੀਕ ਹੋਣ ਦੇ ਵਿੱਚ? ਰਿਕਵਰੀ ਨੂੰ ਦੇਖੋ 3-4 ਮਹੀਨੇ ਦਾ ਮਿਨੀਮਮ ਪੀਰੀਅਡ ਹੈਗਾ, ਕਿਉਂਕਿ ਐਡੀ ਵੱਡੀ ਸਰਜਰੀ ਹੈ ਕਿ ਤੁਹਾਡਾ ਆਪਣਾ ਓਰੀਜਨਲ ਆਰਗਨ ਜਿਹੜਾ ਹੈਗਾ ਉਹ ਰਿਮੂਵ ਕਰਤਾ, ਉਹਦੀ ਥਾਂ ਤੇ ਡੋਨੇਟਡ ਆਰਗਨ 65% ਲਿਵਰ ਜਿਹੜਾ ਹੈ। ਲਿਵਰ ਇੱਕ ਮੈਂ ਦੱਸਣਾ ਚਾਹੁੰਦਾ ਕਿ ਲਿਵਰ ਰੀਜਨਰੇਟਿਵ ਆਰਗਨ ਹੈ ਜੀ ਜੀ। ਤੇ ਇੱਕ ਲਿਵਰ ਤੋਂ ਜਿਹੜੇ ਹੈਗੇ ਉਹ 2 ਲਿਵਰ, ਮਤਲਬ ਇੱਕ ਜਿਗਰ 2 ਜਾਨ ਹੈ ਹਮ। ਤੇ 2 ਲਿਵਰ ਜਿਹੜੇ ਹੈਗੇ ਮੈਡੀਕਲ ਸਾਇੰਸ ਦੀ ਬਦੌਲਤ ਹੈ ਜੀ, ਪਰਮਾਤਮਾ ਰਾਹੀਂ ਇਹ 2 ਜਿਹੜੇ ਜੀਵਨ ਸਾਡੇ ਚੱਲ ਰਿਹਾ। ਸੋ ਉਸ ਤਰੀਕੇ ਮਤਲਬ ਉਹ ਰਿਕਵਰੀ ਨੂੰ ਘੱਟੋ ਘੱਟ 3-4 ਮਹੀਨੇ ਜਿਹੜਾ ਜਦੋਂ ਇੱਕ ਨਵਾਂ ਆਰਗਨ ਬਾਡੀ ਨੇ ਐਕਸੈਪਟ ਕਰਨਾ ਹੈ, ਉਸ ਤੋਂ ਬਾਅਦ ਉਸ ਦੀਆਂ ਜਿਹੜੀ ਇਮਿਊਨੋ ਸਪਰੈਸੈਂਟ ਹੈ ਕਿ ਤੁਸੀਂ ਤਾਂ ਕਿ ਬਾਡੀ ਜਿਹੜੀ ਉਹ ਮੈਡੀਕੇਸ਼ਨ ਨਾਲ ਲੈਣੀ ਪੈਂਦੀ ਹੈ ਤਾਂ ਕਿ ਬਾਡੀ ਜਿਹੜਾ ਉਸ ਆਰਗਨ ਨੂੰ
ਕਿਸੇ ਵੀ ਸਟੇਜ ਦੇ ਉੱਤੇ ਰਿਜੈਕਟ ਨਾ ਕਰਦੇ। ਬਿਲਕੁਲ ਬਿਲਕੁਲ ਠੀਕ ਗੱਲ। ਤੇ ਇਸ ਵੇਲੇ ਤੁਹਾਨੂੰ ਕੀ ਲੱਗਦਾ ਹੈ ਕਿ ਜਾਗਰੂਕਤਾ ਦੀ ਕਮੀ ਹੈ ਜੇ ਅੰਗਦਾਨ ਨੂੰ ਲੈ ਕੇ ਗੱਲ ਕਰੀਏ ਤਾਂ? ਦੇਖੋ ਜਿੱਦਾਂ ਵਾਈਫ ਨੇ ਦੱਸਿਆ ਕਿ ਇਹਦੇ 'ਚ ਲੋਕਾਂ ਦੇ 'ਚ ਜਿਹੜਾ ਹੈਗਾ, ਦੇਖੋ ਇਹ ਮਿਥਸ ਜਿਹੜੀਆਂ ਹੈਗੀਆਂ ਨੇ ਜੀ, ਉਹ ਜਦੋਂ ਤੱਕ ਮੈਂ ਕਹਿੰਦਾ ਕਿ ਜਿਹੜਾ ਡਿਮਾਂਡ ਤੇ ਜਿਹੜੀ ਸਪਲਾਈ ਹੈਗੀ ਹੈ ਉਹਦੇ 'ਚ ਬਹੁਤ ਵੱਡਾ ਗੈਪ ਹੈ, ਬਹੁਤ ਹੀ ਵੱਡਾ ਗੈਪ ਹੈ। ਉਹ ਗੈਪ ਕੀ ਹੈ ਕਿ ਹਰ ਸਾਲ ਸਾਡੇ ਭਾਰਤ ਦੇ ਵਿੱਚ 5 ਲੱਖ ਲੋਕ, ਮੇਰੇ ਵਰਗੇ ਲੋਕ ਜਿਹੜੇ ਕਿ ਬੈੱਡ ਰਿਡਨ ਸੀ ਜਾਂ ਹਸਪੀਟਲਾਂ 'ਚ ਸੀ, ਜਿਹੜੇ ਕਿ ਹਸਪੀਟਲਾਂ ਦੀਆਂ ਵੇਟਿੰਗ ਲਿਸਟਾਂ ਦੇ ਉੱਤੇ ਨੇ, ਹਰ ਸਾਲ 5 ਲੱਖ ਲੋਕ ਜਿਹੜੇ ਹੈਗੇ ਦਮ ਤੋੜ ਜਾਂਦੇ ਆ ਸਿਰਫ ਇਸੇ ਕਰਕੇ ਕਿ ਉਹਨਾਂ ਨੂੰ ਕੋਈ ਆਰਗਨ ਨਹੀਂ ਮਿਲਦਾ। ਜੀ ਬਿਲਕੁਲ ਜੀ। ਤੇ ਬਹੁਤ ਸਾਰੇ ਗੀਤ ਵੀ ਜਿਹੜੇ ਹੈ ਉਹ ਜਾਗਰੂਕ ਕਰਨ ਲਈ ਉਹ ਬਣੇ ਨੇ, ਗਾਏ ਗਏ ਨੇ, ਤੇ ਇਹ ਹੋਰ ਕਿੱਦਾਂ ਜਾਗਰੂਕ ਜਿਹੜਾ ਹੈ ਉਹ ਲੋਕਾਂ ਨੂੰ ਕੀਤਾ ਜਾਂਦਾ ਹੈ? ਤੇ ਜਿਸ ਤਰ੍ਹਾਂ ਗੀਤ ਦੀ ਗੱਲ ਹੋ ਰਹੀ ਹੈ, ਕੋਈ ਐਸਾ ਗੀਤ ਤੁਸੀਂ ਸਾਂਝਾ ਕਰਨਾ ਚਾਹੋ? ਦੇਖੋ ਅਸੀਂ ਜਦੋਂ ਅੰਗਦਾਨ ਦੇ ਲਈ ਕਿਤੇ ਨਾ ਕਿਤੇ ਇਹ ਇਸ਼ੂ ਨੂੰ ਲੈ ਕੇ ਅਸੀਂ ਅੱਗੇ ਵਧੇ ਹਾਂ ਤੇ ਸਾਡੀਆਂ ਬਹੁਤ ਸਾਰੀਆਂ ਟੀਮਸ ਹੈਗੀਆਂ। ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹਾਂਗਾ ਡਾਕਟਰ ਰਮੇਸ਼ ਜੀ ਹੈ, ਪੁਨਰਜੋਤ ਆਈ ਸੰਸਥਾ ਜਿਹੜੀ ਲੁਧਿਆਣੇ ਤੋਂ, ਉਹਨਾਂ ਦੇ ਨਾਲ ਅਸ਼ੋਕ ਮਹਿਰਾ ਜੀ ਹੈ, ਤੇ ਇੱਕ ਅਨੀਤਾ ਸੰਧੂ ਜੀ ਹੈ ਯੂਕੇ ਤੋਂ, ਉਹਨਾਂ ਨੇ ਆਪਣੀ ਬੇਟੀ ਨੂੰ ਬਲਕਿ ਕਿਡਨੀ ਡੋਨੇਟ ਕੀਤੀ। ਉਹਨਾਂ ਨੇ ਰਲ ਕੇ ਇੱਕ ਅੰਗਦਾਨ ਕਰੋ ਗੀਤ ਇਸ ਸੋਸਾਇਟੀ ਨੂੰ ਦਿੱਤਾ, ਜਿਹੜਾ ਕਿ ਇਨਡਾਇਰੈਕਟਲੀ ਇੱਕ ਆਰਗਨ ਡੋਨੇਸ਼ਨ ਨੂੰ ਪ੍ਰਮੋਟ ਕਰਨ ਲਈ ਜਿਹੜਾ ਹੈਗਾ ਬਹੁਤ ਵੱਡਾ ਉਪਰਾਲਾ ਹੈ। ਉਹ ਗੀਤ ਜ਼ਰੂਰ ਦਰਸ਼ਕ ਸੁਣਨਾ ਚਾਹੁੰਦੇ। ਮੈਂ ਉਹਨੇ 2 ਲਾਈਨਾਂ ਤੁਹਾਨੂੰ ਬੋਲ ਕੇ ਦੱਸਾਂ। ਗੁਰੂਆਂ ਦਾ ਫਰਮਾਨ ਕੇ ਸ਼ੁਭ ਕਰਮਨ ਤੇ ਕਭੂ ਨਾ ਟਰੋ, ਗੁਰੂਆਂ ਦਾ ਫਰਮਾਨ ਕੇ ਸ਼ੁਭ ਕਰਮਨ ਤੇ ਕਭੂ ਨਾ ਟਰੋ, ਗੁਰੂਆਂ ਦਾ ਫਰਮਾਨ ਮਰ ਕੇ ਵੀ ਜੀਣਾ ਤਾਂ ਅੰਗਦਾਨ ਕਰੋ, ਮਰ ਕੇ ਵੀ ਜੀਣਾ ਤਾਂ ਅੰਗਦਾਨ ਕਰੋ। ਮਤਲਬ ਇਹ ਹੈ ਕਿ ਬਹੁਤ ਵਧੀਆ। ਤੇ ਇਹ ਵੀ ਇੱਕ ਤਰੀਕਾ ਹੈ ਲੋਕਾਂ ਨੂੰ ਜਾਗਰੂਕ ਕਰਨ ਦਾ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਸੀਂ ਅੰਗਦਾਨ ਬਾਰੇ ਬਹੁਤ ਖਾਸ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ। ਥੈਂਕ ਯੂ।